ਦਿੱਲੀ ਦੇ ਬਾਰਡਰਾਂ ਤੇ ਕਿਸਾਨੀ ਅੰਦੋਲਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਪਰ ਮੋਦੀ ਸਰਕਾਰ ਅਜੇ ਵੀ ਉਸੇ ਗੱਲ ਤੇ ਅੜੀ ਹੋਈ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਪੂਰੀ ਤਾਕਤ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਇਸ ਕੰਮ ਦੇ ਵਿੱਚ ਸਫਲ ਨਹੀਂ ਹੋ ਪਾਵੇਗੀ। ਜਦੋਂ ਤੋਂ ਇਹ ਅੰਦੋਲਨ ਦਿੱਲੀ ਪਹੁੰਚਿਆ ਹੈ ਪੰਜਾਬ ਤੋਂ ਬਾਅਦ, ਮੋਦੀ ਸਰਕਾਰ ਨਾ ਤਾਂ ਪਹਿਲਾਂ ਕਦੀ ਇਮਾਨਦਾਰ ਔਰ ਸੁਹਿਰਦ ਸੀ ਤੇ ਨਾ ਹੁਣ ਰਹੀ ਹੈ। ਜਿੰਨੀਆਂ ਮੀਟਿੰਗਾਂ ਹੋਈਆਂ ਉਹਨਾਂ ਵਿੱਚ ਜੋ ਕੁਝ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦਾ ਪੱਖ ਰੱਖਦੇ ਰਹੇ, ਉਹ ਹਰ ਗੱਲ ਨੂੰ ਤਰੋੜ ਮੋੜ ਕੇ ਲੋਕਾਂ ਦੇ ਸਾਹਮਣੇ ਗਲਤ ਢੰਗ ਨਾਲ ਪੇਸ਼ ਕਰਦੇ ਰਹੇ ਤੇ ਹਰ ਮੀਟਿੰਗ ਵਿੱਚ ਇਹ ਸਿੱਧ ਕੀਤਾ ਵੀ ਉਹਨਾਂ ਦੇ ਕਾਨੂੰਨ ਗਲਤ ਨੇ ਔਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਤੇ ਜਿਹੜੀ ਜਿੰਨਾ ਕੁਝ ਵੀ ਉਹ ਕਹਿੰਦੇ ਸੀ, ਅਸੀਂ ਜਦੋਂ ਗਲਤ ਸਿੱਧ ਕਰਦੇ ਸੀ ਤਾਂ ਸਰਕਾਰ ਉਹਨੂੰ ਇਸ ਤਰ੍ਹਾਂ ਪ੍ਰਚਾਰਦੀ ਸੀ ਜਿਵੇਂ ਅਸੀਂ ਇਹ ਮੰਗ ਕਰਦੇ ਹੋਈਏ ਕਿ ਇਹ ਕਾਨੂੰਨ ਦੇ ਵਿੱਚ ਸੋਧਾਂ ਕੀਤੀਆਂ ਜਾਣ। ਅਸੀਂ ਬੜੇ ਸਪਸ਼ਟ ਹਾਂ ਇਸ ਮਸਲੇ ਤੇ ਵੀ ਸੋਧਾਂ ਕਰਨ ਨਾਲ ਇਹ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਜੇ ਸੋਧਾਂ ਅਸੀਂ ਮੰਨ ਵੀ ਲੈਂਦੇ ਹਾਂ ਤਾਂ ਟੈਂਪਰੇਰੀਲੀ ਸਾਨੂੰ ਲੱਗੂਗਾ ਵੀ ਅਸੀਂ ਆਪਣਾ ਜਿਹੜਾ ਮਸਲਾ ਸੀ ਉਹ ਹੱਲ ਕਰਾ ਲਿਆ, ਪਰ ਅਸਲੀਅਤ ਇਹ ਹੈ ਵੀ ਕਾਨੂੰਨ ਤਾਂ ਸਟੈਂਡ ਕਰੇਗਾ ਨਾ। ਜਦੋਂ ਕਾਨੂੰਨ ਸਟੈਂਡ ਕਰੇਗਾ ਤਾਂ ਉਹਨੂੰ ਕਿਸੇ ਵੇਲੇ ਵੀ ਸਰਕਾਰ ਫਿਰ ਉਹਦੇ 'ਚ ਅਮੈਂਡਮੈਂਟ ਕਰਕੇ ਫਿਰ ਐਕਟੀਵੇਟ ਕਰ ਸਕਦੀ ਹੈ। ਇਸ ਲਈ ਜਦੋਂ ਸਰਕਾਰ ਦਾ ਇਹ ਅਧਿਕਾਰ ਖੇਤਰ ਹੀ ਨਹੀਂ, ਖੇਤੀ ਰਾਜਾਂ ਦਾ ਵਿਸ਼ਾ ਹੈ, ਇਸ ਕਰਕੇ ਉਹ ਕਾਨੂੰਨ ਬਣਾ ਹੀ ਨਹੀਂ ਸਕਦੀ ਖੇਤੀ ਦੇ ਉੱਤੇ ਕੇਂਦਰ ਸਰਕਾਰ ਖਿਲਾਫ, ਸਟੇਟਾਂ ਦੇ ਖਿਲਾਫ। ਸੰਵਿਧਾਨ ਦੀ ਉਲੰਘਣਾ ਕਰਕੇ ਉਹਨਾਂ ਨੇ ਇਹ ਕਾਨੂੰਨ ਬਣਾਏ ਹੈ। ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਨੂੰ ਮੁੱਢੋਂ ਹੀ ਰੱਦ ਕਰਦੇ ਰਹੇ ਹਾਂ ਔਰ ਅਸੀਂ ਮੰਗ ਕੀਤੀ ਹੈ ਹਮੇਸ਼ਾ ਵੀ ਇਹ ਤਿੰਨੋਂ ਕਾਨੂੰਨ ਜਿਹੜੇ ਨੇ ਇਹਨਾਂ ਨੂੰ ਸਰਕਾਰ ਵਾਪਸ ਲਵੇ ਔਰ ਕਿਸਾਨਾਂ ਨੂੰ ਆਰਥਿਕ ਇਨਸਾਫ ਦੇਵੇ। ਤੇ ਹੁਣ ਕੁਝ ਦਿਨਾਂ ਤੋਂ ਫਿਰ ਬੜੀ ਤੇਜ਼ੀ ਨਾਲ ਮੋਦੀ ਸਰਕਾਰ ਇਹ ਪ੍ਰਚਾਰ ਕਰ ਰਹੀ ਸੀ, ਉਹਦੇ ਸਾਰੇ ਗੋਦੀ ਮੀਡੀਆ, ਸਾਰੇ ਸਰਕਾਰੀ ਮਿਸ਼ਨਰੀ ਲੋਕਾਂ ਨੂੰ ਗੁੰਮਰਾਹ ਕਰਨ ਲੱਗੀ ਹੋਈ ਸੀ। ਕਦੇ ਜਿਹੜੇ ਸੀ ਪਹਾੜੇ ਦੇ ਸੱਜਣ ਖੜੇ ਕਰਕੇ ਕਿਹਾ ਜਾ ਰਿਹਾ ਸੀ ਵੀ ਲਓ ਜੀ ਸਾਡੇ ਲੋਕ ਤਾਂ ਇਹਨਾਂ ਕਾਨੂੰਨਾਂ ਦੇ ਹੱਕ 'ਚ ਨੇ। ਅਸਲੀਅਤ ਇਹ ਹੈ ਵੀ ਸਰਕਾਰ ਪੈਰਾਂ ਤੋਂ ਉਖੜ ਚੁੱਕੀ ਹੈ। ਉਹ ਕਹਿੰਦੇ ਸੀ ਵੀ ਕਿਸਾਨ ਗੱਲਬਾਤ ਕਰਨ ਲਈ ਤਿਆਰ ਨਹੀਂ। ਉਹਨਾਂ ਨੇ ਸਾਨੂੰ ਚਿੱਠੀ ਲਿਖੀ ਵੀ ਸਾਨੂੰ ਦੱਸੋ ਕਦੋਂ ਤੁਸੀਂ ਮੀਟਿੰਗ ਕਰਨੀ ਚਾਹੁੰਦੇ ਹੋ, ਕਿਹਨਾਂ ਮੁੱਦਿਆਂ 'ਤੇ ਕਰਨੀ ਚਾਹੁੰਦੇ ਹੋ, ਅਸੀਂ ਤੁਹਾਡੇ ਨਾਲ ਉਹਨਾਂ ਮੁੱਦਿਆਂ 'ਤੇ ਗੱਲ ਕਰਨ ਲਈ ਤਿਆਰ ਹਾਂ। ਅਸੀਂ ਉਹਨਾਂ ਨੂੰ ਕੱਲ੍ਹ ਸ਼ਾਮੀ ਚਿੱਠੀ ਲਿਖ ਕੇ ਜਵਾਬ ਦੇ ਦਿੱਤਾ। ਪਹਿਲਾਂ ਤਾਂ ਉਹਨਾਂ ਦੀ ਇਸ ਗੱਲੋਂ ਸਖਤ ਨਿੰਦਾ ਕੀਤੀ ਵੀ ਤੁਸੀਂ ਲੋਕਾਂ ਨੂੰ ਝੂਠ ਪਰੋਸ ਕੇ ਗੁੰਮਰਾਹ ਨਾ ਕਰੋ। ਇਹ ਸਰਕਾਰਾਂ ਕੋਲੋਂ ਇਸ ਗੱਲ ਦੀ ਉਮੀਦ ਨਹੀਂ ਹੁੰਦੀ। ਸਰਕਾਰਾਂ ਝੂਠੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੋਕਾਂ ਤੱਕ ਪਹੁੰਚਾਉਂਦੀਆਂ ਨਹੀਂ ਹੁੰਦੀਆਂ। ਤੁਸੀਂ ਇਹ ਮਾੜਾ ਕੰਮ ਕਰ ਰਹੇ ਹੋ, ਇਹਨੂੰ ਬੰਦ ਕਰੋ। ਦੂਸਰੀ ਗੱਲ, ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਏਜੰਡਾ ਅਸੀਂ ਭੇਜ ਦਿੱਤਾ। ਅਸੀਂ ਕਿਹਾ ਵੀ ਜਿਹੜੇ ਤਿੰਨੇ ਕਾਨੂੰਨ ਤੁਸੀਂ ਗੈਰ ਸੰਵਿਧਾਨਿਕ ਬਣਾਏ ਨੇ, ਸਾਨੂੰ ਦੱਸਿਆ ਜਾਵੇ ਵੀ ਕਿਹੜੇ ਢੰਗ ਨਾਲ ਤੁਸੀਂ ਇਹਨਾਂ ਨੂੰ ਵਾਪਸ ਲਓਗੇ, ਉਹਦੀ ਮੋਡੈਲਿਟੀਜ਼ ਬਾਰੇ ਸਾਨੂੰ ਦੱਸਿਆ ਜਾਏ। MSP ਕਿਸਾਨਾਂ ਦਾ ਜਿਹੜਾ ਕਾਨੂੰਨੀ ਅਧਿਕਾਰ ਹੋਵੇ, ਇਹਦੇ ਲਈ ਕੀ ਢੰਗ ਤਰੀਕੇ ਅਪਣਾਓਗੇ, ਕੀ ਮੋਡੈਲਿਟੀਜ਼ ਹੋਣਗੀਆਂ, ਇਹਦੇ ਬਾਰੇ ਸਾਨੂੰ ਦੱਸਿਆ ਜਾਏ। ਇਸ ਤਰ੍ਹਾਂ ਅਸੀਂ ਆਪਣਾ ਏਜੰਡਾ ਸਰਕਾਰ ਨੂੰ ਭੇਜ ਦਿੱਤਾ ਹੈ ਤੇ ਔਰ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਹੈ ਵੀ 29 ਤਰੀਕ ਨੂੰ 11 ਵਜੇ ਸਾਨੂੰ ਜਦੋਂ ਸੱਦੋਗੇ ਅਸੀਂ ਮੀਟਿੰਗ 'ਚ ਆਉਣ ਲਈ ਤਿਆਰ ਹਾਂ। ਪਰ ਆਹ ਜਿਹੜਾ ਏਜੰਡਾ ਹੈ ਇਹਦੇ ਬਾਰੇ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਵੀ ਇਹ ਕਾਨੂੰਨਾਂ ਨੂੰ ਕਿਵੇਂ ਵਾਪਸ ਲਓਗੇ, ਕਿਵੇਂ ਤੁਸੀਂ ਜਿਹੜੀਆਂ ਮੋਡੈਲਿਟੀਜ਼ ਹੋਣਗੀਆਂ ਜਦੋਂ MSP ਦੀ ਗਰੰਟੀ ਦਾ ਕਾਨੂੰਨ ਬਣਾਓਗੇ। ਤਾਂ ਇਹਦੇ ਲਈ ਹੁਣ ਸਰਕਾਰ ਨੇ ਆਪਣਾ ਮਨ ਬਣਾ ਕੇ ਦੱਸਣਾ ਵੀ ਸਾਡੇ ਨਾਲ ਉਹ ਕੀ 29 ਤਰੀਕ ਨੂੰ ਮੇਜ਼ 'ਤੇ ਬੈਠ ਕੇ ਗੱਲ ਕਰਨ ਲਈ ਤਿਆਰ ਨੇ ਕਿ ਨਹੀਂ। ਹਾਲੇ ਤੱਕ ਸਰਕਾਰ ਨੇ ਕਨਫਰਮ ਨਹੀਂ ਕੀਤਾ। ਮੈਂ ਇੱਕ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂਗਾ, ਸਰਕਾਰ ਤੇ ਸਰਕਾਰ ਦੀਆਂ ਏਜੰਸੀਆਂ ਬਹੁਤ ਪੱਬਾਂ ਭਾਰ ਹੋਈਆਂ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੇ ਸਾਰਾ ਕੰਟਰੋਲ ਇੱਥੇ ਪ੍ਰਬੰਧਾਂ ਦਾ, ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਸਾਰਾ ਕੁਝ ਆਪਣੇ ਹੱਥਾਂ 'ਚ ਲੈ ਕੇ ਬਹੁਤ ਹੀ ਵਧੀਆ ਢੰਗ ਨਾਲ ਨਿਭਾ ਰਹੇ ਨੇ। ਇਹ ਹੋਰ ਵੀ ਅੱਛੀ ਗੱਲ ਹੈ ਵੀ ਉਹ ਇਹ ਖੁਦ ਮਹਿਸੂਸ ਕਰਨ ਲੱਗੇ ਨੇ ਵੀ ਇਹ ਸਾਡਾ ਅੰਦੋਲਨ ਹੈ, ਇਹਦੇ ਵਿੱਚ ਸ਼ਾਂਤਮਈ ਅੰਦੋਲਨ ਰਹੇਗਾ ਤਾਂ ਅਸੀਂ ਜਿੱਤਾਂਗੇ, ਜੇ ਸ਼ਾਂਤੀ ਭੰਗ ਹੋਗੀ ਤਾਂ ਅੰਦੋਲਨ ਦਾ ਨੁਕਸਾਨ ਹੋ ਜਾਏਗਾ। ਸਰਕਾਰ ਦੇ ਬਹੁਤ ਸਾਰੇ ਅੰਸ਼ ਨੇ, ਸਰਕਾਰ ਦੀਆਂ ਏਜੰਸੀਆਂ ਨੇ, ਕੋਈ RSS ਦੇ ਭੇਜੇ ਹੋਏ ਬੰਦੇ ਨੇ ਜਿਹੜੇ ਇੱਥੇ ਆ ਕੇ ਆਪੋ ਆਪਣੇ ਢੰਗ ਨਾਲ ਕਿਸਾਨਾਂ ਦੇ ਇਸ ਅੰਦੋਲਨ ਨੂੰ ਲੀਹ ਤੋਂ ਲਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਨੌਜਵਾਨਾਂ ਨੇ
ਉਹਨਾਂ ਨੂੰ ਫੜਿਆ, ਘੇਰਿਆ ਔਰ ਪੁਲਿਸ ਦੇ ਹਵਾਲੇ ਕੀਤਾ। ਤਾਂ ਮੇਰੀ ਸਾਰਿਆਂ ਨੂੰ ਸੁਨਿਮਰ ਬੇਨਤੀ ਹੈ, ਆਉਣ ਵਾਲਾ ਸਮਾਂ ਹੋਰ ਵੀ ਜ਼ਿਆਦਾ ਜ਼ਿੰਮੇਵਾਰੀਆਂ ਨਾਲ ਲੰਘੇਗਾ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵੱਲ ਸਰਕਾਰ ਦਾ ਦਬਾਅ ਵੀ ਵਧੇਗਾ ਔਰ ਹੋਰ ਤੁਸੀਂ ਇਹਨੂੰ ਆਪਣੀ ਜ਼ਿੰਮੇਵਾਰੀਆਂ ਨੂੰ ਹੋਰ ਅਹਿਮੀਅਤ ਦੇਣੀ ਹੈ ਔਰ ਆਪਣੇ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਹੈ। ਕਿਵੇਂ ਚਲਾਉਣਾ ਹੈ, ਇਹ ਲੰਬਾ ਚੱਲੇਗਾ। ਸੁਪਰੀਮ ਕੋਰਟ ਦੇ ਵਕੀਲ ਸਾਹਿਬਾਨ ਉਹ ਵੀ ਤੁਹਾਡੇ ਹੱਕ 'ਚ ਨੇ। ਮੈਂ ਅੱਜ ਉਹਨਾਂ ਨਾਲ ਲੰਬੀ ਮੀਟਿੰਗ ਕਰਕੇ ਆਇਆ। ਬਹੁਤ ਜਲਦੀ ਸੁਪਰੀਮ ਕੋਰਟ ਦੇ ਵਕੀਲ ਸਾਹਿਬਾਨ ਵੀ ਕੁਝ ਤੁਹਾਡੇ ਹੱਕ ਵਿੱਚ ਹੋਰ ਵੀ ਕਰਨ ਵਾਲੇ ਨੇ। ਤਾਂ ਮੈਂ ਆਪਣੇ ਸਾਰੇ ਜਿੰਨੇ ਭਰਾ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ, ਹੁਣ ਇਹ ਅੱਜ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਰਿਹਾ, ਹਰਿਆਣੇ ਦਾ ਨਹੀਂ ਰਿਹਾ, ਇਹਦੇ ਵਿੱਚ ਉੱਤਰਾਖੰਡ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਨੇ, ਰਾਜਸਥਾਨ ਤੋਂ ਸ਼ਾਮਲ ਹੋਏ ਨੇ, ਮੱਧ ਪ੍ਰਦੇਸ਼ ਤੋਂ ਸ਼ਾਮਲ ਹੋਏ ਨੇ, ਯੂਪੀ ਤੋਂ ਸ਼ਾਮਲ ਹੋਏ ਨੇ, ਮਹਾਰਾਸ਼ਟਰ ਤੋਂ ਵੀ ਕਿਸਾਨ ਪੈਦਲ ਚੱਲ ਕੇ ਆ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਨੇ। ਹਰ ਸਟੇਟ ਦੇ ਵਿੱਚ ਅੰਦੋਲਨ ਆਪਣੀ ਪੂਰੇ ਜੋਬਨ 'ਤੇ ਭਖਦਾ ਨਜ਼ਰ ਆ ਰਿਹਾ ਹੈ। ਲੱਗਦਾ ਇਹ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਮੋਦੀ ਸਰਕਾਰ ਨੂੰ ਪਰਮਾਤਮਾ ਨੇ ਸੁਧ ਬੁੱਧੀ ਨਾ ਬਖਸ਼ੀ ਤਾਂ ਇਹ ਅੰਦੋਲਨ ਆਪਣਾ ਸਾਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਏਗਾ ਔਰ ਇਹਦੀ ਵਿਲੱਖਣਤਾ ਇਹੋ ਰਹੇਗੀ ਕਿ ਅੰਦੋਲਨ ਸ਼ਾਂਤਮਈ ਰਿਹਾ ਹੈ, ਸ਼ਾਂਤਮਈ ਹੈ ਅਤੇ ਸ਼ਾਂਤਮਈ ਰਹੇਗਾ। ਤਾਂ ਮੇਰੀ ਸਾਰਿਆਂ ਨੂੰ ਫਿਰ ਸਨਿਮਰ ਸਾਰੇ ਆਪਣੇ ਭਰਾਵਾਂ ਦੇ ਤੇ ਆਪਣੇ ਬੱਚਿਆਂ ਦੇ ਚਰਨਾਂ 'ਚ ਅਪੀਲ ਹੈ। ਇੱਕ ਜਿਹੜੇ ਪੰਜਾਬੋਂ ਲੋਕੀ ਸਾਡਾ ਭਾਈਚਾਰਾ ਇੱਥੇ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਆਉਂਦਾ, ਉਹਨਾਂ ਨੂੰ ਮੇਰੀ ਅਪੀਲ ਹੈ, ਧੁੰਦ ਬਹੁਤ ਪੈਂਦੀ ਹੈ, ਕਿਰਪਾ ਕਰਕੇ ਜਿੰਨੇ ਵੀ ਆਉਂਦੇ ਹੋ 10 ਵਜੇ ਤੋਂ ਪਹਿਲਾਂ ਘਰਾਂ ਤੋਂ ਨਾ ਤੁਰੋ। ਜਦੋਂ ਧੁੰਦ ਘਟ ਜਾਏ ਉਦੋਂ ਆਓ, ਧੁੰਦ ਹਟੀ ਤੇ ਇੱਥੇ ਆਓ, ਕਿਉਂਕਿ ਬਹੁਤ ਸਾਰੇ ਹਾਦਸੇ ਹੋਣ ਲੱਗ ਪਏ ਨੇ, ਬਹੁਤ ਕੀਮਤੀ ਜਾਨਾਂ ਜਾ ਰਹੀਆਂ ਨੇ। ਸਾਰਿਆਂ ਨੂੰ ਸਨਿਮਰ ਬੇਨਤੀ ਹੈ ਵੀ ਇੱਥੇ 10 ਵਜੇ ਤੋਂ ਚੱਲ ਕੇ ਸ਼ਾਮ ਤਾਈਂ ਪਹੁੰਚੋ। ਜੇ ਵਾਪਸ ਵੀ ਮੁੜਨਾ ਤਾਂ ਇੱਥੇ ਰਾਤ ਕੱਟ ਕੇ ਅਗਲੇ ਦਿਨ ਫਿਰ 10-11 ਵਜੇ ਤੋਂ ਬਾਅਦ ਵਾਪਸ ਜਾਓ। ਔਰ ਮੈਂ ਉਮੀਦ ਤਾਂ ਹੁਣ ਇਹ ਕਰਾਂਗੇ ਵੀ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਜਿਹੜਾ ਸਾਡਾ ਸੁਹਿਰਦ ਸੱਜਣ ਹੈ ਉਹ ਆਪਣੇ ਘਰਾਂ ਵਿੱਚ ਨਹੀਂ ਬੈਠੇਗਾ। ਔਰ ਇਹ ਫਿਰ ਇੱਕ ਵਧਾਈ ਦਿਆਂਗਾ ਤੁਹਾਨੂੰ, ਸਰਕਾਰ ਨੇ ਪੰਜਾਬ ਤੇ ਹਰਿਆਣੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ। ਜਿਸ ਢੰਗ ਨਾਲ ਸਾਡੇ ਹਰਿਆਣੇ ਦੇ ਭਰਾਵਾਂ ਨੇ ਮੂੰਹ ਤੋੜ ਜਵਾਬ ਦਿੱਤਾ ਸਰਕਾਰ ਦੀ ਇਸ ਕੋਝੀ ਨੀਅਤ ਦਾ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਪੰਜਾਬ ਤੇ ਹਰਿਆਣੇ ਦੇ ਭਰਾਵਾਂ ਦੀ ਜਿਹੜੀ ਇਹ ਜੱਫੀ ਪਈ ਹੈ, ਵਾਹਿਗੁਰੂ ਇਹਨੂੰ ਹੋਰ ਨਿੱਘੀ ਕਰੇ, ਹੋਰ ਇਹਨੂੰ ਮਜ਼ਬੂਤ ਕਰੇ। ਪੋਲੀਟੀਕਲ ਲੋਕ ਜਿਹੜੇ ਲੜਾਈਆਂ ਪਾਉਂਦੇ ਰਹੇ ਨੇ ਉਹਨਾਂ ਨੂੰ ਇਹ ਤੋਂ ਸਬਕ ਸਿੱਖਣਾ ਚਾਹੀਦਾ ਹੈ। ਹੁਣ ਉਹਨਾਂ ਦੀ ਕੋਈ ਚਾਲ ਚੱਲੇਗੀ ਨਹੀਂ। ਔਰ ਇਹ ਤੋਂ ਵੀ ਅੱਗੇ ਸਾਰੇ ਦੇਸ਼ ਦੇ ਕਿਸਾਨ ਇਸ ਵੇਲੇ ਬੰਗਾਲ 'ਚ, ਬਿਹਾਰ 'ਚ, ਅਸਾਮ 'ਚ, ਤਾਮਿਲਨਾਡੂ, ਕਰਨਾਟਕ, ਤੇਲੰਗਾਨਾ, ਕੇਰਲਾ, ਸਾਰੀਆਂ ਸਟੇਟਾਂ ਦੇ ਵਿੱਚ ਪੂਰੀ ਸਰਗਰਮੀ ਨਾਲ ਅੰਦੋਲਨ ਚੱਲ ਰਿਹਾ ਹੈ। ਹਰ ਰੋਜ਼ ਗਿਣਤੀ ਥਾਂ ਥਾਂ ਆਪੋ ਆਪਣੇ ਢੰਗ ਨਾਲ ਵਿਰੋਧ ਦੀ ਵੱਧ ਰਹੀ ਹੈ ਅਤੇ ਸੰਭਾਵਨਾ ਇਹ ਹੈ ਵੀ ਬਹੁਤ ਛੇਤੀ ਇਹ ਜਨ ਅੰਦੋਲਨ ਹੈ ਜਿਹੜਾ, ਇਹਦੇ ਵਿੱਚ ਆਮ ਸ਼ਹਿਰੀ ਜਿਨ੍ਹਾਂ ਨੂੰ ਕਿਸੇ ਨੂੰ ਇਹਨਾਂ ਨੇ ਬਖਸ਼ਿਆ ਨਹੀਂ, ਜਿਹੜੇ ਆਰਡੀਨੈਂਸ ਨੇ ਇਹਦੇ ਨਾਲ ਸਿਰਫ ਕਿਸਾਨਾਂ ਦਾ ਨਹੀਂ ਸਮੁੱਚੇ ਦੇਸ਼ ਦਾ ਨੁਕਸਾਨ ਹੋਏਗਾ। ਆਮ ਆਦਮੀ ਦਾ ਜਿਉਣਾ ਦੁੱਭਰ ਹੋ ਜਾਏਗਾ। ਸਰਕਾਰ ਅੰਬਾਨੀਆਂ, ਅਡਾਨੀਆਂ, ਕਾਰਪੋਰੇਟ ਘਰਾਣਿਆਂ ਕੋਲ ਸਭ ਕੁਝ ਗਹਿਣੇ ਪਾਉਣ ਜਾ ਰਹੀ ਹੈ। ਅਤੇ ਮੇਰੀ ਅਪੀਲ ਹੈ ਸਾਰੇ ਆਪਣੇ ਭਰਾਵਾਂ ਨੂੰ ਵੀ ਬਹੁਤ ਹੀ ਸੁਹਿਰਦਤਾ ਨਾਲ, ਬਹੁਤ ਹੀ ਜ਼ਿੰਮੇਵਾਰੀ ਨਾਲ, ਬਹੁਤ ਹੀ ਠਰੰਮੇ ਨਾਲ ਇਸ ਅੰਦੋਲਨ ਨੂੰ ਚਲਾਈਏ। ਔਰ ਜਿੰਨੀ ਦੇਰ ਸਰਕਾਰ ਗੋਡੇ ਟੇਕਦੀ ਨਹੀਂ ਉਦੋਂ ਤੱਕ ਭਾਵੇਂ 6 ਮਹੀਨੇ ਅੰਦੋਲਨ ਚੱਲੇ। ਵਾਹਿਗੁਰੂ ਦੀ ਮਿਹਰ ਹੈ, ਸਾਡੇ ਲੰਗਰ ਜਿਹੜੇ ਨੇ ਬਾਬੇ ਨਾਨਕ ਦੇ 20 ਰੁਪਏ ਨਾਲ ਚਲਾਏ ਹੋਏ ਲੰਗਰ ਇਹ ਲੋ ਤਪਦੇ ਰਹਿਣ ਔਰ ਇੱਦਾਂ ਹੀ ਚੱਲਦੇ ਰਹਿਣ। ਅਤੇ ਤੁਸੀਂ ਸਾਰਿਆਂ ਨੂੰ ਵਾਹਿਗੁਰੂ ਸੁਧ ਬੁੱਧੀ ਅਤੇ ਸਮਤ ਬਖਸ਼ੇ। ਇਹ ਲੜਾਈ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਉਂਦੇ ਰਹੋ ਔਰ ਇਹਨੂੰ ਪੂਰਨ ਸ਼ਾਂਤਮਈ ਰੱਖਣ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਂਦੇ ਰਹੋ। ਉਮੀਦ ਹੈ ਇਹਦੇ 'ਚ ਆਪੋ ਆਪਣਾ ਬਣਦਾ ਹਿੱਸਾ ਪਾਓਗੇ। अच्छा, ये किसान आंदोलन आज जब से दिल्ली के बॉर्डर्स पे आया है तो आज ये सारे देश में फैल गया है। सरकार की हर चाल नाकाम हो रही है। पंजाब से शुरू हुआ, हरियाणा इसके साथ जुड़ा और उसके बाद अब मध्य प्रदेश से किसान पलवल के पास बैठे हैं। महाराष्ट्र से 2000 किसान पैदल चल के आ गया है। राजस्थान के हज़ारों किसान जयपुर रोड पे आके उन्होंने मोर्चा संभाल लिया है। और यूपी, उत्तराखंड के किसान पुलिस की ज़्यादतियों के बावजूद हज़ारों की संख्या में
यूपी साइड से आके बॉर्डर्स पे बैठ गए हैं। सारे देश में हलचल मची हुई है। किसान आंदोलन में शामिल होने के लिए हर स्टेट से बड़ी संख्या में आ रहे हैं और कई स्टेट्स में तो अपने तौर पे वो एक बड़े बड़े धरने लगा रहे हैं। तो मैं सिर्फ इतना मैं कहना चाहूँगा किसान भाइयों को कि सरकार के झूठ के प्रचार में मत आइए। सरकार हमेशा झूठ बोलती रही है। कल हमने सरकार को चिट्ठी लिखी है, सरकार कहती है किसान मेज़ पे आने को तैयार नहीं। ये सरासर झूठ है। कल हमने सरकार का जो रवैया था उसको कंडेम किया है। हमने कहा है जो हम मीटिंग्स में कहते हैं आप वो तो दिखाते नहीं, अपनी तरफ से झूठ मूठ दिखा के किसानों के इस आंदोलन को तारपीडो करने की कोशिश करते हो। इसको हम कतई टॉलरेट नहीं करेंगे और सरकारों से ये उम्मीद नहीं होती कि वो झूठ बोले। लेकिन आज की सरकार का बेसिक जो खासा है वो है ही झूठ का। इसलिए हमने उनको लिखा है कि हम बात करने के लिए तैयार हैं। 29 तारीख को 11 बजे हम अगर सरकार कंफर्म करेगी तो जहां सरकार कहेगी वहां हम आएंगे। लेकिन हम एजेंडा हमने सेट कर दिया है। हमने कहा है कि हमारी जो मांग शुरू से रही है, हम अमेंडमेंट्स बिल्कुल नहीं चाहते। हमारी मांग रही है कि ये जो तीनों कानून केंद्र सरकार ने गैर संवैधानिक बनाए हैं, इन कानूनों को वापस लेने के लिए क्या मॉडलिटीज़ होंगी वो डिस्कस करने के लिए हमें बताया जाए। और जो एमएसपी है उसका राइट टू एमएसपी, लीगल राइट टू एमएसपी के लिए क्या क्या मॉडलिटीज़ होंगी, ऐसा हमने एजेंडा भारत सरकार को भेज दिया है कि इस पे जब आप बुलाओगे हम बातचीत के लिए आएंगे। अभी तक सरकार ने कंफर्म नहीं किया नेक्स्ट मीटिंग का, लेकिन हमने अपनी तरफ से जो सरकार कहती थी किसान मेज़ पे आने के लिए तैयार नहीं, उनको एजेंडा भी भेज दिया है और 29 तारीख का 11 बजे का समय भी दे दिया है। अगर सरकार कंफर्म करेगी तो हम मीटिंग में जाएंगे, शामिल होंगे। लेकिन आप सबसे निवेदन है कि जिस तरह से आपने अब तक शांति बनाई रखी, और मुझे तसल्ली है कि सरकार की एजेंसियों के अलग अलग तरीक़ों के बावजूद आरएसएस के अपने इस आंदोलन को बदनाम करने के तरीक़ों के बावजूद आप सब ने तहम्मुल से जिस तरह इस आंदोलन को शांत में रखा है, अब किसी की ताकत नहीं इस आंदोलन को पीछे धकेल सके। आपकी जीत यकीनन होगी और मैं उम्मीद करता हूँ आप सभी मेरी इन विनंतियों पे अमल करते हुए अपनी अपनी जगह पे अपनी जिम्मेवारी संभाल लेंगे और सरकार की हर चाल को नाकाम बनाएंगे। आखिर में जीत किसानों की होगी। धन्यवाद।